ਹੈਲੋ ਸਟੂਡੈਂਟਸ, ਸਾਡਾ ਅੱਜ ਦਾ ਟੌਪਿਕ ਹੈ ਪਾਰਟ ਸੀ ਦੇ ਵਿੱਚੋਂ ਐਨ ਐਸਟ੍ਰੋਲੋਜਰਸ ਡੇ, ਫਸਟ ਚੈਪਟਰ ਆਫ ਪਾਰਟ ਸੀ ਆਫ ਯੋਰ ਬੁੱਕ ਰਿਟਨ ਬਾय ਆਰ ਕੇ ਨਾਰਾਇਣ। ਆਰ ਕੇ ਨਾਰਾਇਣ ਇੰਡੀਅਨ ਨੋਵਲਿਸਟ ਔਰ ਐਜ਼ ਅ ਸ਼ਾਰਟ ਸਟੋਰੀ ਰਾਈਟਰ ਇੰਟਰਨੈਸ਼ਨਲ ਲੈਵਲ 'ਤੇ ਫੇਮਸ ਹੋਏ। ਉਹਨਾਂ ਨੂੰ ਮਨੁੱਖੀ ਸੁਭਾਅ ਦੇ ਅਲੱਗ-ਅਲੱਗ ਪਹਿਲੂਆਂ ਦੀ ਬਹੁਤ ਅੱਛੇ ਤਰੀਕੇ ਨਾਲ ਜਾਣਕਾਰੀ ਸੀ ਔਰ ਉਹਨਾਂ ਨੇ ਡੇ ਟੂ ਡੇ ਲਾਈਫ ਦੇ ਉੱਪਰ ਰੂਰਲ ਜਾਂ ਅਰਬਨ ਲਾਈਫ ਦੋਨਾਂ ਵਿੱਚੋਂ ਹੀ ਉਹਨਾਂ ਨੇ ਟੌਪਿਕ ਲੈ ਕੇ ਔਰ ਬਹੁਤ ਹੀ ਸਿੰਪਲ ਵੇ ਦੇ ਨਾਲ, ਸਿੰਪਲ ਸਟਾਈਲ ਦੇ ਨਾਲ ਇੰਗਲਿਸ਼ ਦੇ ਵਿੱਚ, ਲਿਟਰੇਚਰ ਦੇ ਵਿੱਚ ਆਪਣਾ ਕੰਟਰੀਬਿਊਸ਼ਨ ਦਿੱਤਾ। ਅੱਜ ਦੀ ਸਟੋਰੀ ਜਿਸ ਦੇ ਵਿੱਚ ਕਿ ਇੱਕ ਜੋਤਿਸ਼ੀ ਐਸਟ੍ਰੋਲੋਜਰ ਹੈ ਜਿਹਦੀ ਕਿ ਕਹਾਣੀ ਇਸ ਚੈਪਟਰ ਦੇ ਵਿੱਚ ਦੱਸੀ ਗਈ ਹੈ। ਉਹ ਜੋਤਿਸ਼ੀ ਆਪਣੇ ਕੰਮ ਦੀ ਸ਼ੁਰੂਆਤ ਰੋਜ਼ ਦੁਪਹਿਰ ਵੇਲੇ ਕਰਦਾ ਸੀ ਔਰ ਰਾਤ ਦੇਰ ਤੱਕ ਕੰਮ ਕਰਦਾ ਸੀ। ਇੱਕ ਸੜਕ ਛਾਪ ਜੋਤਿਸ਼ੀ ਵਰਗੀ ਖਾਸ ਕਿਸਮ ਦੀ ਉਹਦੀ ਪਰਸਨੈਲਿਟੀ ਸੀ। ਮੱਥੇ ਦੇ ਉੱਪਰ ਕੇਸਰ ਦਾ ਪਵਿੱਤਰ ਤਿਲਕ ਲਗਾ ਕੇ ਰੱਖਦਾ ਸੀ ਔਰ ਸੈਫਰਨ ਕਲਰ ਦੀ ਪੱਗ, ਕੇਸਰੀ ਕਲਰ ਦੀ ਉਹਨੇ ਪੱਗ ਬੰਨੀ ਹੁੰਦੀ ਸੀ, ਕੇਸਰੀ ਰੰਗ ਦੀ, ਔਰ ਉਸ ਦੀਆਂ ਅੱਖਾਂ, ਉਹਦੇ ਮੱਥੇ 'ਤੇ ਜੋ ਸੈਫਰਨ ਕਲਰ ਦਾ ਤਿਲਕ ਸੀ ਔਰ ਉਹਦੇ ਜੋ ਫੇਸ 'ਤੇ ਮੁਸਟੈਸ਼ਿਸ ਸੀ, ਮੁੱਛਾਂ ਸੀ, ਉਹਦੇ ਦੋਨਾਂ ਦੇ ਵਿਚਕਾਰ ਉਹਦੀਆਂ ਅੱਖਾਂ ਚਮਕਦੀਆਂ ਹੋਈਆਂ ਆਪਣੇ ਕਸਟਮਰਸ ਨੂੰ ਅਟਰੈਕਟ ਕਰਦੀਆਂ ਸੀ। ਉਹਦੇ ਕੋਲ ਕੀ ਸਮਾਨ ਪਿਆ ਹੁੰਦਾ ਸੀ ਜੋ ਕਿ ਅਕਸਰ ਜੋਤਿਸ਼ੀਆਂ ਕੋਲ ਪਿਆ ਹੁੰਦਾ, ਇੱਕ ਚੌਰਸ ਕੱਪੜਾ ਔਰ ਕੁਛ ਚਾਰਟ ਜੋ ਕਿ ਅਕਸਰ ਕਿਸੇ ਦੇ ਸਮਝ ਵਿੱਚ ਨਹੀਂ ਆਉਂਦੇ, ਕੌਡੀਆਂ ਦੇ ਉੱਪਰ ਕੁਛ ਲਿਖਣ ਵਾਲੀਆਂ ਚੀਜ਼ਾਂ। ਇਹ ਚੀਜ਼ਾਂ ਜੋ ਅਕਸਰ ਜੋਤਿਸ਼ੀ ਕੋਲ ਹੀ ਪਾਈ ਜਾਂਦੀਆਂ ਔਰ ਅਗਰ ਐਗਜ਼ਾਮ ਦੇ ਵਿੱਚ ਕੁਐਸਚਨ ਆਏਗਾ ਤਾਂ ਤੁਸੀਂ ਉਸ ਚੀਜ਼ ਨੂੰ ਇਵੇਂ ਹੀ ਲਿਖਣਾ ਹੈ ਕਿ ਅ ਸਕੇਅਰ ਪੀਸ ਆਫ ਕਲੋਥ ਵਿਦ ਮੈਸਟੀਕਲ ਚਾਰਟਸ ਔਨ ਇਟ, ਕੌਰੀ ਸ਼ੈਲਸ ਐਂਡ ਸਮ ਰਾਈਟਿੰਗ ਮਟੀਰੀਅਲ। ਔਰ ਇਹ ਜੋਤਿਸ਼ੀ ਆਪਣੀ ਪਰਸਨੈਲਿਟੀ ਦੇ ਨਾਲ ਆਪਣੇ ਕਸਟਮਰਸ ਨੂੰ, ਆਪਣੇ ਗ੍ਰਾਹਕਾਂ ਨੂੰ ਪ੍ਰਭਾਵਿਤ ਕਰਦਾ ਸੀ। ਉੱਥੋਂ ਗੁਜ਼ਰਨ ਵਾਲੇ ਗ੍ਰਾਹਕ, ਉਹਦੇ ਕਸਟਮਰਸ ਬੜੇ ਹੀ ਧਿਆਨ ਨਾਲ ਉਹਨੂੰ ਦੇਖਦੇ ਸੀ ਔਰ ਗ੍ਰਾਹਕਾਂ ਨੂੰ ਲੱਗਦਾ ਸੀਗਾ ਕਿ ਇਹਦੀਆਂ ਅੱਖਾਂ ਦੇ ਵਿੱਚ ਜੋ ਚਮਕ ਹੈ ਉਹ ਸ਼ਾਇਦ ਇਹਦੇ ਅੰਦਰ ਜੋ ਗਿਆਨ ਛਿਪਾ ਕੇ ਬੈਠਾ ਹੈ ਉਹਦੇ ਕਰਕੇ ਹੀ ਇੰਨੀ ਜ਼ਿਆਦਾ ਚਮਕ ਇਹਦੀਆਂ ਅੱਖਾਂ ਵਿੱਚ ਹੈ। ਜਦਕਿ ਉਸ ਜੋਤਿਸ਼ੀ ਨੂੰ ਕੁਝ ਖਾਸ ਪਤਾ ਨਹੀਂ ਸੀ। ਇਹ ਜੋਤਿਸ਼ੀ ਨੇ ਕੋਈ ਵੀ ਵਿੱਦਿਆ ਹਾਸਿਲ ਨਹੀਂ ਕੀਤੀ ਸੀ, ਕਿਸੇ ਵੀ ਤਰ੍ਹਾਂ ਦਾ ਗਿਆਨ ਇਹਨੂੰ ਨਹੀਂ ਸੀਗਾ ਔਰ ਉਹ ਜਿਸ ਜਗ੍ਹਾ ਬੈਠ ਕੇ ਆਪਣਾ ਕਾਰੋਬਾਰ ਕਰਦਾ ਸੀ ਉਹ ਇੱਕ ਰਸਤੇ 'ਤੇ ਇਮਲੀ ਦੇ ਦਰਖਤ ਥੱਲੇ ਬੈਠਦਾ ਸੀ। ਰਸਤੇ ਦੇ ਦੋਨੋਂ ਪਾਸੇ ਹਰ ਕਿਸਮ ਦੀਆਂ ਚੀਜ਼ਾਂ ਵੇਚਣ ਵਾਲੇ ਲੋਕ ਮੌਜੂਦ ਸੀ, ਜਿਵੇਂ ਕਿ ਦਵਾਈਆਂ ਵੇਚਣ ਵਾਲੇ ਜੋ ਕਿ ਫੁੱਟਪਾਥ 'ਤੇ ਅਕਸਰ ਤੁਸੀਂ ਦੇਖਦੇ ਹੋ ਬੈਠੇ ਹੋਏ, ਕੋਈ ਚੋਰੀ ਦੀਆਂ ਚੀਜ਼ਾਂ ਵੇਚਣ ਵਾਲੇ, ਕੋਈ ਜਾਦੂਗਰ, ਕੋਈ ਨਿਲਾਮੀ ਕਰਨ ਵਾਲੇ, ਸਾਰੇ ਹੀ ਉੱਥੇ ਸੀ ਔਰ ਇੱਕ ਮੂੰਗਫਲੀ ਵੇਚਣ ਵਾਲਾ ਵੀ ਉਹਦੇ ਕੋਲ ਬੈਠਾ ਹੁੰਦਾ ਸੀ। ਸ਼ੋਰ ਸ਼ਰਾਬੇ ਔਰ ਭੀੜ ਭਾੜ ਵਾਲੀ ਥਾਂ ਸੀਗੀ ਜਿੱਥੇ ਕਿ ਕੋਈ ਖਾਸ ਬਿਜਲੀ ਦਾ ਪ੍ਰਬੰਧ ਨਹੀਂ ਸੀਗਾ ਔਰ ਜੋ ਚੀਜ਼ਾਂ ਵੇਚਦੇ ਸੀ ਛੋਟੀਆਂ ਛੋਟੀਆਂ ਆਪਣੀਆਂ ਦੁਕਾਨਾਂ ਲਗਾ ਕੇ ਉਸ ਫੁੱਟਪਾਥ ਦੇ ਉੱਪਰ, ਉਹਨਾਂ ਦੇ ਕੋਲ ਆਪਣਾ ਹੀ ਰੋਸ਼ਨੀ ਦਾ ਬੰਦੋਬਸਤ ਹੁੰਦਾ ਸੀ ਔਰ ਜੋਤਿਸ਼ੀ ਕੋਲ ਵੀ ਆਪਣੀ ਕੋਈ ਲਾਈਟ ਦਾ ਅਰੇਂਜਮੈਂਟ ਨਹੀਂ ਸੀਗਾ। ਜਦੋਂ ਹਨੇਰਾ ਹੋ ਜਾਂਦਾ ਤਾਂ ਉਹ ਮੂੰਗਫਲੀ ਵੇਚਣ ਵਾਲੇ ਦੀ ਰੋਸ਼ਨੀ ਤੋਂ ਹੀ ਆਪਣਾ ਗੁਜ਼ਾਰਾ ਕਰਦਾ। ਔਰ ਇੱਕ ਦਿਨ ਜਦੋਂ ਬਿਲਕੁਲ ਧੁੰਦਲਾਪਨ ਹੋ ਚੁੱਕਿਆ ਸੀ, ਹਨੇਰਾ ਹੋਣ ਵਾਲਾ ਸੀ, ਅਤੇ ਹਨੇਰਾ ਹੀ ਉਹਨੂੰ ਅੱਛਾ ਲੱਗਦਾ ਸੀ। ਅਕਸਰ ਜੋ ਲੋਕ ਉਹਦੇ ਕੋਲ ਆਉਂਦੇ ਸੀ ਉਹਨਾਂ ਨੂੰ ਆਪਣੀ ਪਹਿਚਾਣ ਕਰਾਉਣ ਤੋਂ ਵੀ ਉਹਨੂੰ ਜੋਤਿਸ਼ੀ ਨੂੰ ਬਹੁਤ ਜ਼ਿਆਦਾ ਇੰਟਰਸਟ ਨਹੀਂ ਸੀਗਾ। ਇਸ ਕਰਕੇ ਉਹ ਹਨੇਰੇ ਨੂੰ ਪਸੰਦ ਕਰਦਾ ਸੀ ਔਰ ਆਪਣਾ ਪਿੰਡ ਛੱਡ ਕੇ 200 ਮੀਲ ਦੀ ਦੂਰੀ 'ਤੇ ਉਹ ਇੱਕ ਅਣਜਾਣ ਜਗ੍ਹਾ 'ਤੇ ਆ ਕੇ ਉਹਨੇ ਆਪਣੇ ਕੰਮ ਨੂੰ ਸ਼ੁਰੂ ਕੀਤਾ ਔਰ ਉਹਦੇ ਪਿੰਡ ਵਾਲਿਆਂ ਨੂੰ ਵੀ ਨਹੀਂ ਪਤਾ ਕਿ ਉਹ ਕਿੱਥੇ ਗਿਆ ਹੈ ਔਰ ਇਹ ਪਲੈਨਿੰਗ ਉਹਦੀ ਕਦੀ ਵੀ ਉਹਨੇ ਸੋਚੀ ਨਹੀਂ ਸੀਗੀ ਕਿ ਇਹ ਕੁਛ ਉਹਨੂੰ ਆਪਣੀ ਲਾਈਫ ਦੇ ਵਿੱਚ ਕਰਨਾ ਪਏਗਾ। ਔਰ ਜਦੋਂ ਵੀ ਕੋਈ ਗ੍ਰਾਹਕ ਉਹਦੇ ਕੋਲ ਆਉਂਦਾ ਅਤੇ ਉਹਨੂੰ ਇਸ ਤਰੀਕੇ ਦੇ ਨਾਲ ਹੈਂਡਲ ਕਰਦਾ ਸੀ ਕਿ ਮੈਕਸੀਮਮ ਟਾਈਮ ਉਹਨੂੰ ਬੋਲਣ ਵਾਸਤੇ ਦਿੰਦਾ ਸੀ। ਕਾਫੀ ਤੇਜ਼ ਦਿਮਾਗ ਸੀ, ਕੁਛ ਨਾ ਕੁਛ ਛੋਟੀ ਮੋਟੀ ਗੱਲ ਪੁੱਛ ਕੇ ਔਰ ਅਕਸਰ ਜਿਸ ਤਰ੍ਹਾਂ ਸਵਾਲ ਕਰਦਾ ਸੀ ਸਾਰੀ ਗੱਲ ਕਸਟਮਰ ਤੋਂ ਪਹਿਲੇ ਪੁੱਛ ਲੈਂਦਾ ਸੀ ਔਰ ਫਿਰ ਉਹਨਾਂ ਦੀਆਂ ਕਮਜ਼ੋਰ ਜੋ ਵੀਕ ਪੁਆਇੰਟਸ ਹੁੰਦੇ ਸੀਗੇ
ਉਹਨਾਂ ਨੂੰ ਪਕੜ ਕੇ ਹੀ ਕੁਛ ਨਾ ਕੁਛ ਆਪਣੇ ਮਨੋਂ ਗੱਲਾਂ ਇਸ ਤਰੀਕੇ ਦੇ ਨਾਲ ਬਣਾ ਦਿੰਦਾ ਸੀ ਕਿ ਕਸਟਮਰ ਨੂੰ ਲੱਗਦਾ ਸੀਗਾ ਕਿ ਇਹ ਸੱਚ ਹੀ ਬੋਲ ਰਿਹਾ ਹੈ। ਆਪਣੀ ਗੱਲਾਂ ਦੇ ਵਿੱਚ ਲੈ ਕੇ ਆਉਣ ਦੀ ਕਲਾ ਉਹਨੂੰ ਬਹੁਤ ਅੱਛੇ ਤਰੀਕੇ ਦੇ ਨਾਲ ਆਉਂਦੀ ਸੀ। ਇੱਕ ਦਿਨ ਜਦੋਂ ਸ਼ਾਮ ਹੋ ਗਈ ਔਰ ਜੋਤਿਸ਼ੀ ਆਪਣੇ ਘਰ ਵਾਪਸ ਜਾਣ ਲੱਗਾ ਤੇ ਅਚਾਨਕ ਇੱਕ ਕਸਟਮਰ ਉਹਦੇ ਕੋਲ ਆ ਗਿਆ। ਉਹ ਕਸਟਮਰ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਸੀਗਾ, ਐਗਰੈਸਿਵ ਸੀਗਾ ਔਰ ਲੱਗ ਰਿਹਾ ਸੀਗਾ ਕਿ ਉਹਨੂੰ ਸ਼ਾਇਦ ਜੋਤਿਸ਼ੀ ਦੀ ਗਿਆਨ ਦੇ ਉੱਪਰ ਬਹੁਤ ਵਿਸ਼ਵਾਸ ਨਹੀਂ ਹੈ, ਲੇਕਿਨ ਸਿਰਫ ਉਹ ਉਹਨੂੰ ਟੈਸਟ ਕਰਨਾ ਚਾਹੁੰਦਾ ਹੈ। ਉਹ ਜੋਤਿਸ਼ੀ ਕੋਲ ਆਇਆ ਔਰ ਉਹਨੇ ਕਿਹਾ ਕਿ ਉਹ ਉਹਨੂੰ ਚੰਗੇ ਪੈਸੇ ਦੇਵੇਗਾ, ਲੇਕਿਨ ਉਹਦੇ ਸਵਾਲਾਂ ਦਾ ਜਵਾਬ ਉਹਨੂੰ ਬਿਲਕੁਲ ਠੀਕ ਚਾਹੀਦਾ ਹੈ। ਅਗਰ ਉਹ ਜਵਾਬ ਸਹੀ ਨਹੀਂ ਮਿਲੇ ਤਾਂ ਮੈਂ ਤੇਰੇ ਕੋਲੋਂ ਪੈਸੇ ਆਪਣੇ ਵਿਆਜ ਸਮੇਤ ਵਾਪਸ ਲੈ ਲਾਂਗਾ। ਇਸ ਤਰੀਕੇ ਦੇ ਨਾਲ ਆਏ ਹੋਏ ਕਸਟਮਰ ਨੂੰ ਐਸਟਰੋਲੋਜਰ ਹੈਂਡਲ ਨਹੀਂ ਕਰਨਾ ਚਾਹੁੰਦਾ ਸੀਗਾ, ਲੇਕਿਨ ਜਦੋਂ ਬਹੁਤ ਜ਼ਿਆਦਾ ਉਹਦਾ ਨੇਚਰ ਦੇਖਿਆ ਐਗਰੈਸਿਵ ਹੈ ਔਰ ਅਚਾਨਕ ਉਸ ਕਸਟਮਰ ਨੇ ਉਹਨੂੰ ਫੋਰਸ ਕੀਤਾ ਕਿ ਮੇਰਾ ਹੱਥ ਦੇਖ ਕੇ ਦੱਸ ਮੇਰੀ ਕਿਸਮਤ ਦੇ ਵਿੱਚ ਕੀ ਲਿਖਿਆ ਹੋਇਆ। ਔਰ ਇਸ ਤਰ੍ਹਾਂ ਗੱਲਾਂ ਕਰਦਿਆਂ ਉਹਨੇ ਕਸਟਮਰ ਨੇ ਆਪਣੀ ਸਿਗਰਟ ਨੂੰ ਸੁਗਲਾਉਣ ਵਾਸਤੇ ਆਪਣੀ ਮਾਚਿਸ ਦੀ ਤੀਲੀ ਨੂੰ ਜਗਾਇਆ ਔਰ ਉਸ ਰੋਸ਼ਨੀ ਦੇ ਵਿੱਚ ਉਸ ਜੋਤਿਸ਼ੀ ਨੇ ਉਸ ਕਸਟਮਰ ਦਾ ਚਿਹਰਾ ਦੇਖ ਲਿਆ। ਉਹਦੇ ਵੱਲ ਦੇਖ ਕੇ ਉਹ ਕੁਝ ਬੇਚੈਨ ਹੋ ਗਿਆ। ਹੁਣ ਨਾ ਚਾਹੁੰਦਿਆਂ ਹੋਇਆਂ ਵੀ ਉਹ ਆਪਣੇ ਕਸਟਮਰ ਦਾ ਹੱਥ ਦੇਖਣ 'ਤੇ ਮਜਬੂਰ ਸੀਗਾ। ਉਹ ਕੁਝ ਪ੍ਰਸ਼ਨਾਂ ਦਾ ਉੱਤਰ ਨਹੀਂ ਦੇਣਾ ਚਾਹੁੰਦਾ ਸੀਗਾ, ਲੇਕਿਨ ਹੁਣ ਮਜਬੂਰੀ ਸੀ। ਗ੍ਰਾਹਕ ਨੇ ਉਹਨੂੰ ਉੱਠਣ ਦੀ ਇਜਾਜ਼ਤ ਹੀ ਨਹੀਂ ਦਿੱਤੀ ਔਰ ਫਿਰ ਕਾਫੀ ਲੰਬੀ ਬਹਿਸ ਤੋਂ ਬਾਅਦ ਫੈਸਲਾ ਇਹ ਹੋਇਆ ਕਿ ਗ੍ਰਾਹਕ ਦੇ ਪ੍ਰਸ਼ਨਾਂ ਦਾ ਜਵਾਬ ਅਗਰ ਠੀਕ ਹੋਇਆ ਤਾਂ ਉਹ ਜੋਤਿਸ਼ੀ ਨੂੰ 1 ਰੁਪਇਆ ਦੇਵੇਗਾ, ਮੀਨਸ ਜ਼ਿਆਦਾ ਪੈਸੇ ਦੇਵੇਗਾ। ਹੁਣ ਜੋਤਿਸ਼ੀ ਨੇ ਆਪਣੀਆਂ ਗੱਲਾਂ ਸ਼ੁਰੂ ਕੀਤੀਆਂ ਔਰ ਸਭ ਤੋਂ ਪਹਿਲੇ ਉਹਦਾ ਨਾਮ ਲੈ ਕੇ ਬੁਲਾਇਆ ਅਤੇ ਕਸਟਮਰ ਨੂੰ ਲੱਗਾ ਕਿ ਜ਼ਰੂਰ ਇਹਦੇ ਕੋਲ ਕੋਈ ਨੌਲੇਜ ਹੋਏਗੀ, ਕੋਈ ਗਿਆਨ ਹੋਏਗਾ। ਔਰ ਉਹਦਾ ਨਾਮ ਲੈ ਕੇ ਜੋ ਬੁਲਾ ਰਿਹਾ ਉਹਨੂੰ, ਔਰ ਜੋਤਿਸ਼ੀ ਨੇ ਉਹਨੂੰ ਕੀ ਕਹਿ ਕੇ ਪੁਕਾਰਿਆ, ਗੁਰੂ ਨਾਇਕ। ਗੁਰੂ ਨਾਇਕ ਉਸ ਕਸਟਮਰ ਦਾ ਨਾਮ ਸੀਗਾ। ਥੋੜ੍ਹਾ ਜਿਹਾ ਕਸਟਮਰ ਨੂੰ ਲੱਗਾ ਕਿ ਸ਼ਾਇਦ ਇਹਨੂੰ ਕੁਝ ਪਤਾ ਹੋਏਗਾ। ਅੱਗੇ ਤੋਂ ਅੱਗੇ ਸਵਾਲ ਪੁੱਛਣ ਤੋਂ ਬਾਅਦ ਜੋਤਿਸ਼ੀ ਨੇ ਉਹਨੂੰ ਜਵਾਬ ਦੇਣੇ ਸ਼ੁਰੂ ਕੀਤੇ ਔਰ ਕਿਹਾ ਕਿ ਬਹੁਤ ਲੰਬੇ ਸਮੇਂ ਪਹਿਲੇ ਤੇਰੇ ਉੱਪਰ ਕਿਸੇ ਨੇ ਚਾਕੂ ਨਾਲ ਹਮਲਾ ਕੀਤਾ ਸੀ। ਕਸਟਮਰ ਨੇ ਕਿਹਾ ਹਾਂ ਕੀਤਾ ਸੀ। ਫਿਰ ਅੱਗੇ ਗੱਲ ਵਧਾਈ, ਫਿਰ ਤੈਨੂੰ ਮਰਿਆ ਸਮਝ ਕੇ ਉਹ ਖੂਹ ਵਿੱਚ ਸੁੱਟ ਗਏ ਸੀ। ਅਤੇ ਗ੍ਰਾਹਕ ਨੂੰ ਲੱਗਿਆ ਕਿ ਹਾਂ ਬਿਲਕੁਲ ਠੀਕ ਬੋਲ ਰਿਹਾ ਹੈ ਔਰ ਨਾਲ ਹੀ ਉਹਨੇ ਕਿਹਾ ਕਿ ਹਾਂ ਬਿਲਕੁਲ ਠੀਕ, ਤੁਸੀਂ ਜੋ ਵੀ ਇਨਫੋਰਮੇਸ਼ਨ ਦੇ ਰਹੇ ਹੋ ਬਿਲਕੁਲ ਠੀਕ ਦੇ ਰਹੇ ਹੋ ਔਰ ਮੈਂ ਉਸੇ ਹੀ ਇਨਸਾਨ ਦੀ ਤਲਾਸ਼ ਦੇ ਵਿੱਚ ਮੈਂ ਨਿਕਲਿਆ ਹਾਂ ਔਰ ਜਦੋਂ ਮੈਨੂੰ ਉਹ ਮਿਲ ਜਾਏਗਾ ਉਹਨੂੰ ਮੈਂ ਮਾਰ ਦਊਂਗਾ, ਮੈਂ ਆਪਣਾ ਬਦਲਾ ਲੈ ਲਊਂਗਾ, ਫਿਰ ਹੀ ਮੇਰੀ ਤਸੱਲੀ ਹੋਏਗੀ। ਲੇਕਿਨ ਜੋਤਿਸ਼ੀ ਨੇ ਉਹਨੂੰ ਸਮਝਾਇਆ ਕਿ ਜਿਸ ਇਨਸਾਨ ਦੀ, ਜਿਸ ਵਿਅਕਤੀ ਦੀ ਭਾਲ ਦੇ ਵਿੱਚ ਤੂੰ ਤੁਰਿਆ ਹੋਇਆ ਉਹਦਾ ਤੈਨੂੰ ਕੋਈ ਲਾਭ ਨਹੀਂ ਹੋਏਗਾ। ਗ੍ਰਾਹਕ ਨੇ ਪੁੱਛਿਆ ਕਿਉਂ? ਅਤੇ ਜੋਤਿਸ਼ੀ ਨੇ ਦੱਸਿਆ ਕਿ ਉਹ ਆਦਮੀ ਇਸ ਦੁਨੀਆ ਵਿੱਚ ਨਹੀਂ ਹੈ, ਉਹ ਕਿਸੇ ਬੱਸ ਥੱਲੇ ਆ ਕੇ ਕੁਚਲਿਆ ਗਿਆ। ਔਰ ਇਸ ਗੱਲ ਨੂੰ ਸੁਣ ਕੇ ਗ੍ਰਾਹਕ ਬਹੁਤ ਪਰੇਸ਼ਾਨ ਹੋਇਆ ਕਿਉਂਕਿ ਉਹ ਨਹੀਂ ਚਾਹੁੰਦਾ ਸੀਗਾ ਕਿ ਇਸ ਤਰੀਕੇ ਦੀ ਖਬਰ ਮਿਲੇ। ਉਹ ਉਸ ਇਨਸਾਨ ਨੂੰ ਆਪਣੇ ਹੱਥੀਂ ਮਾਰਨਾ ਚਾਹੁੰਦਾ ਸੀਗਾ, ਲੇਕਿਨ ਨਾਲ ਹੀ ਹੁਣ ਜੋਤਿਸ਼ੀ ਨੇ ਗ੍ਰਾਹਕ ਨੂੰ ਆਪਣੇ ਪ੍ਰਭਾਵ ਦੇ ਵਿੱਚ ਲੈ ਲਿਆ ਸੀ ਔਰ ਹੁਣ ਉਹਨੂੰ ਸਮਝਾਉਣਾ ਸ਼ੁਰੂ ਕੀਤਾ ਕਿ ਹੁਣ ਤੇਰਾ ਘੁੰਮਣ ਦਾ ਕੋਈ ਫਾਇਦਾ ਨਹੀਂ ਹੈ ਔਰ ਤੂੰ ਆਪਣੇ ਘਰ ਤੋਂ ਦੱਖਣ ਵੱਲ ਦੇ ਪਾਸੇ, ਸਾਊਥ ਵੱਲ ਦੇ ਪਾਸੇ ਕਦੀ ਵੀ ਯਾਤਰਾ ਨਹੀਂ ਕਰਨੀ। ਔਰ ਅਗਰ ਤੂੰ ਇਸ ਡਾਇਰੈਕਸ਼ਨ ਦੇ ਵਿੱਚ ਦੁਬਾਰਾ ਕਦੀ ਆਇਆ ਤੇ ਤੈਨੂੰ ਆਪਣੀ ਜਾਨ ਦਾ ਦੁਬਾਰਾ ਖਤਰਾ ਹੋਏਗਾ। ਇੱਕ ਵਾਰ ਤਾਂ ਤੂੰ ਬਚ ਗਿਆ, ਕਿਸੇ ਨੇ ਤੇਰੇ ਤੇ ਚਾਕੂ ਦਾ ਹਮਲਾ ਕੀਤਾ, ਤੂੰ ਬਚ ਗਿਆ, ਲੇਕਿਨ ਅਗਰ ਹੁਣ ਤੂੰ ਇਸ ਪਾਸੇ ਦੀ ਡਾਇਰੈਕਸ਼ਨ ਦੇ ਵਿੱਚ ਕਦੀ ਵੀ ਆਪਣੇ ਘਰੋਂ ਨਿਕਲਿਆ ਤੇ ਤੇਰੀ ਜਾਨ ਨੂੰ ਦੁਬਾਰਾ ਖਤਰਾ ਹੋਏਗਾ। ਫਿਰ ਜੋਤਿਸ਼ੀ ਨੇ ਉਸ ਗੁਰੂ ਨਾਇਕ ਨੂੰ ਮੱਥੇ 'ਤੇ ਲਗਾਉਣ ਲਈ ਥੋੜ੍ਹੀ ਜਿਹੀ ਭਭੂਤੀ ਦਿੱਤੀ ਔਰ ਫਿਰ ਸਿੱਖਿਆ ਦਿੱਤੀ ਕਿ ਬਸ ਹੁਣ ਆਪਣੀ ਅਗਲੀ ਗੱਡੀ ਫੜ ਕੇ ਉਹ ਘਰ ਵਾਪਸ ਚਲਾ ਜਾਏ। ਔਰ ਫਿਰ ਭਵਿੱਖਬਾਣੀ ਕੀਤੀ ਕਿ ਅਗਰ ਤੂੰ ਮੇਰੀ ਗੱਲ ਮੰਨ ਲਈ ਤਾਂ ਤੂੰ 100 ਸਾਲ ਤੱਕ ਜੀਏਗਾ। ਗ੍ਰਾਹਕ ਨੇ ਜੋਤਿਸ਼ੀ ਤੋਂ ਪ੍ਰਭਾਵਿਤ ਹੋ ਕੇ ਉਹਨੂੰ ਉਹ ਸਾਰੇ ਸਿੱਕੇ ਦਿੱਤੇ ਜਿਹਦੀ ਕਿ ਉਹਨਾਂ ਨਾਲ ਪਹਿਲੇ ਗੱਲ ਹੋਈ ਸੀ। ਜੋਤਿਸ਼ੀ ਆਪਣੇ ਘਰ ਪਹੁੰਚ ਗਿਆ। ਉਹਨੇ ਗੁਰੂ ਨਾਨਕ ਦੇ ਦਿੱਤੇ ਹੋਏ ਸਾਰੇ ਪੈਸੇ ਆਪਣੀ ਪਤਨੀ ਨੂੰ ਦਿੱਤੇ ਔਰ ਇਹ ਗਿਣਤੀ ਵਿੱਚ 12.5 ਆਨੇ ਦੀ ਰਕਮ ਸੀ। ਉਸਨੇ ਆਪਣੀ ਪਤਨੀ ਨੂੰ ਦੱਸਿਆ ਕਿ ਅੱਜ ਉਹ ਆਪਣੇ ਦਿਮਾਗ ਤੋਂ ਬਹੁਤ ਬੜਾ ਬੋਝ ਹਲਕਾ ਕਰਕੇ ਆਇਆ ਹੈ।
ਪਤਨੀ ਨੇ ਪੁੱਛਿਆ ਤੇ ਕੁਝ ਖਾਸ ਜਵਾਬ ਨਹੀਂ ਦਿੱਤਾ। ਬਸ ਇੰਨਾ ਹੀ ਦੱਸਿਆ ਕਿ ਜਦੋਂ ਉਹ ਜਵਾਨ ਸੀਗਾ, ਜਵਾਨੀ ਵੇਲੇ ਉਸਨੇ ਕਿਸੇ ਆਪਣੇ ਦੋਸਤ ਦੇ ਨਾਲ ਬੈਠ ਕੇ ਇਕੱਠਿਆਂ ਡਰਿੰਕ ਕੀਤੀ ਔਰ ਲੇਕਿਨ ਕਿਸੇ ਗੱਲ 'ਤੇ ਉਹਨਾਂ ਦਾ ਝਗੜਾ ਹੋ ਗਿਆ ਔਰ ਫਿਰ ਉਹਨੇ ਉਸ ਵਿਅਕਤੀ ਨੂੰ, ਉਹ ਵਿਅਕਤੀ ਹੋਰ ਕੋਈ ਨਹੀਂ ਗੁਰੂ ਨਾਨਕ ਹੀ ਸੀ, ਚਾਕੂ ਦੇ ਨਾਲ ਹਮਲਾ ਕਰਕੇ ਉਹਨੂੰ ਮਰਿਆ ਸਮਝ ਕੇ ਖੂਹ ਵਿੱਚ ਸੁੱਟ ਦਿੱਤਾ। ਲੇਕਿਨ ਉਹ ਕਿਸੇ ਤਰੀਕੇ ਦੇ ਨਾਲ ਬਚ ਗਿਆ, ਜਿਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਸੀ ਔਰ ਮੈਂ ਇਹੀ ਸੋਚ ਕੇ 200 ਮੀਲ ਦੂਰ ਆਪਣੇ ਘਰੋਂ ਆਪਣੀ ਖੇਤੀਬਾੜੀ ਦਾ ਕੰਮ ਛੱਡ ਕੇ, ਆਪਣਾ ਘਰ ਪਰਿਵਾਰ ਛੱਡ ਕੇ ਇਸ ਜਗ੍ਹਾ 'ਤੇ ਆ ਕੇ ਬਸ ਗਿਆ ਔਰ ਆਪਣੀ ਜਾਨ ਬਚਾਉਣ ਦੀ ਖਾਤਰ ਮੈਂ ਜੋਤਿਸ਼ ਦਾ ਭੇਸ਼ ਬਣਾ ਲਿਆ। ਇੱਥੇ ਆ ਕੇ ਘਰ ਬਸਾ ਲਿਆ, ਵਿਆਹ ਕੀਤਾ ਔਰ ਆਪਣੀ ਜ਼ਿੰਦਗੀ ਨੂੰ ਗੁਜ਼ਾਰਾ ਕਰਨਾ ਸ਼ੁਰੂ ਕੀਤਾ। ਲੇਕਿਨ ਜਦੋਂ ਅੱਜ ਮੈਂ ਅਚਾਨਕ ਉਸ ਗੁਰੂ ਨਾਨਕ ਨੂੰ, ਜਿਹਨੂੰ ਕਿ ਮੈਂ ਮਰਿਆ ਹੋਇਆ ਸਮਝ ਰਿਹਾ ਸੀ, ਆਪਣੀ ਅੱਖਾਂ ਦੇ ਸਾਹਮਣੇ ਦੇਖਿਆ ਤੇ ਮੇਰੇ ਮਨ ਦੇ ਵਿੱਚ ਇੱਕ ਇਸ ਗੱਲ ਦਾ ਹਲਕਾਪਨ ਵੀ ਆਇਆ ਕਿ ਮੈਂ ਕਿਸੇ ਦਾ ਕਾਤਿਲ ਨਹੀਂ ਹਾਂ। ਔਰ ਦੂਸਰੀ ਗੱਲ, ਉਹਨੂੰ ਜਿਸ ਤਰੀਕੇ ਦੇ ਨਾਲ ਅੱਜ ਉਹਨੇ ਸਮਝਾਇਆ ਸੀ ਕਿ ਦੁਬਾਰਾ ਅੱਜ ਤਾਂ ਹਨੇਰੇ ਦੇ ਧੁੰਦਲੇਪਨ ਦੇ ਵਿੱਚ ਉਹ ਚਿਹਰਾ ਨਹੀਂ ਦੇਖ ਪਾਇਆ ਜੋਤਿਸ਼ੀ ਦਾ, ਲੇਕਿਨ ਜੋਤਿਸ਼ੀ ਨੇ ਗੁਰੂ ਨਾਨਕ ਦਾ ਚਿਹਰਾ ਉਸ ਸਮੇਂ ਦੇਖ ਲਿਆ ਸੀ ਜਦੋਂ ਉਹਨੇ ਆਪਣੀ ਸਿਗਰਟ ਜਲਾਉਣ ਵਾਸਤੇ ਮਾਚਿਸ ਦੀ ਤੀਲੀ ਜਲਾਈ ਸੀ। ਤੇ ਉਹਨੂੰ ਲੱਗਾ ਕਿ ਅਗਰ ਦੁਬਾਰਾ ਇਹ ਇਸ ਤਰਫ ਆਇਆ ਕਦੀ ਔਰ ਇਸਨੇ ਮੈਨੂੰ ਦੇਖ ਲਿਆ ਤੇ ਮੇਰੀ ਜਾਨ ਨੂੰ ਖਤਰਾ ਹੋ ਸਕਦਾ। ਇਸ ਕਰਕੇ ਆਪਣੇ ਇਨਫਲੂਐਂਸ ਦੇ ਵਿੱਚ ਲੈ ਕੇ, ਆਪਣੇ ਪ੍ਰਭਾਵ ਦੇ ਵਿੱਚ ਲੈ ਕੇ ਉਹਨੇ ਗੁਰੂ ਨਾਨਕ ਨੂੰ ਇੰਨਾ ਪੱਕਾ ਕਰਕੇ ਭੇਜਿਆ ਕਿ ਦੁਬਾਰਾ ਇਸ ਤਰਫ ਤੂੰ ਕਦੀ ਨਹੀਂ ਆਏਗਾ, ਨਹੀਂ ਤਾਂ ਤੇਰੀ ਜਾਨ ਨੂੰ ਖਤਰਾ ਹੋਏਗਾ। ਔਰ ਇੰਨੀ ਗੱਲ ਪਤਨੀ ਨਾਲ ਦੱਸਣ ਤੋਂ ਬਾਅਦ ਜੋਤਿਸ਼ੀ ਅੱਜ ਆਰਾਮ ਦੇ ਨਾਲ ਆਪਣੀ ਗੂੜੀ ਨੀਂਦ ਸੌਂ ਗਿਆ। ਅੱਜ ਇੱਕ ਬਹੁਤ ਬੜਾ ਬੋਝ ਉਹਦੇ ਮਨ ਤੋਂ ਉਤਰ ਗਿਆ ਸੀ।